एक ओंकार सतगुर प्रसाद। पौड़ी। सतगुर सच्चा नाओ गुरमुख जानिए, साध संगत सच थाओ शब्द वखाणिए। वाहिगुरु जी का खालसा वाहिगुरु जी की फतेह। सतगुर सच्चा नाओ गुरमुख जानिए। वार 14ਵੀਂ पौड़ी पहली। भाई गुरदास जी गुरु ਅਤੇ संगत बारे ਆਪਾਂ ਨੂੰ ਇੱਥੇ ਇਸ ਪੌੜੀ ਵਿੱਚ ਮਹਾਨਤਾ ਦੱਸਦੇ ਹਨ। ਦੂਜਾ, ਇਹ ਪੌੜੀ ਦੇ ਵਿੱਚ ਕਈ ਸਟੇਜਸ ਹਨ ਜਿੱਥੋਂ ਜਿਹੜੀ ਹੈ ਪਰਮਾਤਮਾ ਦੀ ਪ੍ਰਾਪਤੀ ਜਾਂ ਦ ਵੇ ਯੂ ਅਟੇਨ ਗੋਡ, ਉਹਦਾ ਜਿਹੜਾ ਰਸਤਾ ਹੈ ਉਹਦੇ ਬਾਰੇ ਦੱਸਦੇ ਹਨ। ਸਤਗੁਰ ਸੱਚਾ ਨਾਉ ਗੁਰਮੁਖ ਜਾਣੀਐ। ਸਭ ਤੋਂ ਪਹਿਲਾਂ ਕਹਿੰਦੇ ਸਤਿਗੁਰੂ ਹੈ। ਜਿੱਥੇ ਇਹ ਜਰਨੀ ਸ਼ੁਰੂ ਹੁੰਦੀ ਹੈ ਦੈਟ ਸਟੈਪ ਇਜ਼ ਕਾਲਡ ਸਤਿਗੁਰੂ, ਸੱਚਾ ਗੁਰੂ। ਜਿਹੜਾ ਗੁਰੂ ਸੱਚਾ ਹੈ, ਜਿਹੜਾ ਹੈ ਪਰਮਾਤਮਾ ਦਾ ਸਰੂਪ ਹੈ। ਨਾਓ ਸਤਿਗੁਰੂ ਮੀਨਸ ਸਤ ਮੀਨਸ ਪਰਮਾਤਮਾ, ਗੁਰੂ ਮੀਨਸ ਹਿਸ ਫਿਜ਼ੀਕਲ ਫਾਰਮ। ਸੋ ਆਪਾਂ ਇਹ ਕਹਿ ਸਕਦੇ ਹਾਂ ਸਤ ਮੀਨਸ ਨਿਰਗੁਣ, ਗੁਰੂ ਮੀਨਸ ਜਿਹੜਾ ਹਨ ਸਰਗੁਣ, ਤੇ ਜਿਹੜਾ ਹਨ ਸਤ ਮੀਨਸ ਨਿਰਗੁਣ। ਸੋ ਨਿਰਗੁਣ ਤੇ ਸਰਗੁਣ, ਸੋ ਸਤਿਗੁਰ। ਸੋ ਸੱਚਾ ਜੋ ਗੁਰੂ ਹੈ, ਪਰਮਾਤਮਾ ਜੋ ਗੁਰੂ ਬਣ ਕੇ ਧਰਤੀ ਤੇ ਆਇਆ ਹੈ, ਦੈਟ ਇਜ਼ ਕਾਲਡ ਸਤਿਗੁਰ। ਸਤਿਗੁਰ ਸੱਚਾ ਨਾਮ। ਦੈਨ ਹਾਊ ਡਿਡ ਦੈਟ ਸਤਿਗੁਰੂ ਨੇ ਪ੍ਰਚਾਰ ਕਿਵੇਂ ਕੀਤਾ, ਕਿਵੇਂ ਪ੍ਰੀਚ ਕੀਤਾ? ਕਹਿੰਦੇ ਸੱਚਾ ਨਾਮ। ਸੱਚਾ ਨਾਮ ਇਸ ਪਰਮਾਤਮਾ ਦਾ ਨਾਮ। ਸੋ ਸਤਿਗੁਰਾਂ ਨੇ ਪਰਮਾਤਮਾ ਦੇ ਨੂੰ ਪ੍ਰਗਟ ਕਰਨ ਵਾਸਤੇ ਉਸ ਦਾ ਨਾਮ ਲਿਆ, ਉਸ ਦਾ ਨਾਮ ਦੀ ਪ੍ਰਾਪਤੀ ਆਪਾਂ ਨੂੰ ਕਰਾਈ, ਆਪਾਂ ਨੂੰ ਨਾਮ ਦ੍ਰਿੜ ਕਰਾਇਆ, ਆਪਾਂ ਨੂੰ ਨਾਮ ਨਾਲ ਜੋੜਿਆ। ਨਾਮ ਸਤਿਗੁਰੂ ਸੱਚਾ ਨਾਮ। ਕਹਿੰਦੇ ਸਤਿਗੁਰੂ ਜਿਹੜਾ ਹੈ ਉਸ ਦਾ ਨਾਮ ਵੀ ਸੱਚਾ ਹੈ। ਜਿਵੇਂ ਹੁਣ ਆਪਾਂ ਕਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਾਂ ਤੁਸੀਂ ਇਹ ਕਹਿ ਲਓ ਧੰਨ ਗੁਰੂ ਨਾਨਕ, ਗੁਰੂ ਨਾਨਕ, ਨਾਨਕ ਨਾਨਕ, ਉਹ ਵੀ ਸੇਮ ਹੀ ਹੈ। ਉਹਦੇ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ। ਇਸ ਕਰਕੇ ਸਤਿਗੁਰੂ ਸੱਚਾ ਨਾਮ, ਸਤਿਗੁਰੂ ਸੱਚਾ ਨਾਮ ਹੈ ਗੁਰਮੁਖ ਜਾਣੀਏ। ਗੁਰਮੁਖਾਂ ਨੇ ਇਸ ਨੂੰ ਜਾਣਿਆ ਹੈ, ਗੁਰਮੁਖਾਂ ਨੇ ਇਸ ਨੂੰ ਅੰਡਰਸਟੈਂਡ ਕੀਤਾ ਹੈ, ਗੁਰਮੁਖਾਂ ਨੇ ਇਸ ਨੂੰ ਸਮਝਿਆ ਹੈ। ਕਹਿੰਦੇ ਇਹ ਜਾਣਿਆ, ਕਹਿੰਦੇ ਗੁਰਮੁਖ ਜਾਣੀਏ। ਹੁਣ ਗੁਰਮੁਖ ਮੀਨਸ ਗੁਰੂ ਤੇ ਮੁਖ, ਗੁਰੂ ਦਾ ਮੁਖ ਜਾਂ ਗੁਰੂ ਜਿਹੜਾ ਲੀਡਰ ਹੈ, ਕਹਿੰਦੇ ਜਾਣੀਏ। ਉਹਨਾਂ ਨੇ ਜਾਣਿਆ ਤੇ ਜਣਾਇਆ ਹੈ, ਆਪਾਂ ਨੂੰ ਦੱਸਿਆ ਹੈ। ਇਸ ਕਰਕੇ ਸਭ ਤੋਂ ਪਹਿਲਾ ਸਟੈਪ ਕੀ ਹੈ? ਜਦੋਂ ਆਪਾਂ ਗੁਰੂ ਨਾਲ ਜੁੜੀਏ, ਕਹਿੰਦੇ ਸਭ ਤੋਂ ਪਹਿਲਾਂ ਟੂ ਐਕਨੋਲੇਜ ਦ ਗੁਰੂ, ਟੂ ਅੰਡਰਸਟੈਂਡ, ਟੂ ਰੀਅਲਾਈਜ਼ ਯੂ ਨੀਡ ਅ ਗੁਰੂ ਇਨ ਯੋਰ ਲਾਈਫ। ਸੋ ਸਤਿਗੁਰੂ ਸੱਚਾ ਨਾਮ। ਸੋ ਪਰਮਾਤਮਾ ਦਾ ਨਾਮ ਸਿਰਫ ਕੇਵਲ ਤੇ ਕੇਵਲ ਗੁਰੂ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਇਫ ਯੂ ਡੋਂਟ ਬਿਲੀਵ ਇਨ ਗੁਰੂ ਨਾਨਕ, ਦੈਟ ਮੀਨਸ ਯੂ ਆਰ ਵੈਰੀ ਫਾਰ ਅਵੇ ਫਰਮ ਗੋਡ, ਯੂ ਆਰ ਨੈਵਰ ਨੀਅਰ ਗੋਡ, ਬਿਕੋਜ਼ ਯੂ ਡੋਂਟ ਬਿਲੀਵ ਇਨ ਹਿਮ। ਗੁਰੂ ਨਾਨਕ ਇਜ਼ ਦ ਗੋਡ ਹਿਮਸੈਲਫ। ਸੋ ਇਹ ਗੱਲ ਹੋ ਹੀ ਨਹੀਂ ਸਕਦੀ। ਕੋਈ ਕਹਿੰਦਾ ਮੈਂ ਗੁਰੂ ਨਾਨਕ ਨੂੰ ਨਹੀਂ ਮੰਨਦਾ ਪਰ ਮੈਂ ਪਰਮਾਤਮਾ ਮੰਨਦਾ, ਹੋ ਹੀ ਨਹੀਂ ਸਕਦਾ। ਦੇ ਆਰ ਨਾਟ ਟੂ ਡਿਫਰੈਂਟ ਐਂਟੀਟੀ, ਦੇ ਆਰ ਓਨਲੀ ਸਿੰਗਲ ਐਂਟੀਟੀ ਹੈ। ਸੋ ਇਸ ਕਰਕੇ ਕਹਿੰਦੇ ਸਤਿਗੁਰੂ ਸੱਚਾ ਨਾਮ ਗੁਰਮੁਖ ਜਾਣੀਏ। ਜਿਹੜੇ ਗੁਰਮੁਖ ਨੇ, ਜੋ ਗੁਰੂ ਨੂੰ ਫੋਲੋ ਕਰਨ ਵਾਲੇ ਨੇ, ਉਹ ਜਾਣਦੇ ਹਨ। ਸਾਧ ਸੰਗਤ ਸੱਚ ਥਾਉ ਸ਼ਬਦ ਵਖਾਣੀਐ। ਹੁਣ ਦੇਖੋ, ਹੁਣ ਜੇ ਪੜ੍ਹਾਈ ਕਰਦੇ ਆ ਆਪਾਂ ਨੂੰ ਸਕੂਲ ਦੀ ਲੋੜ ਹੈ। ਯੂ ਨੀਡ ਅ ਸਕੂਲ ਟੂ ਸਟੱਡੀ। ਯੂ ਨੀਡ ਫਸਟ ਆਫ ਆਲ ਦ ਟੀਚਰ ਇਜ਼ ਆਲਰੇਡੀ ਦੇਅਰ। ਸਤਿਗੁਰੂ ਇਜ਼ ਯੋਰ ਟੀਚਰ, ਸਤਿਗੁਰੂ ਇਜ਼ ਯੋਰ ਗੁਰੂ। ਸੋ ਹੁਣ ਦੂਜੀ ਗੱਲ ਹੈ, ਵੇ ਆਰ ਦ ਕਲਾਸਿਸ ਨਾਓ, ਵੇ ਇਜ਼ ਦ ਸਕੂਲ ਨਾਓ। ਉਹਦੇ ਬਾਰੇ ਦੱਸਦੇ ਆ, ਕਹਿੰਦੇ ਸਾਧ ਸੰਗਤ ਸੱਚ ਥਾਓ। ਸੱਚਾ ਥਾ, ਸੱਚਾ ਪਰਮਾਤਮਾ ਦੀ ਦਰਗਾਹ ਕੀ ਹੈ ਧਰਤੀ ਤੇ? ਸਤ ਸੰਗਤ। Sat Sangat is the school, is the college, is the university where Guru's teachings are departed and from where you learn how to realize and attain God. So ਉਹ ਹੈ ਸਾਧ ਸੰਗਤ। ਸਤ ਜਿਹੜਾ ਹਨ ਉਹ ਸੱਚਾ ਥਾਓ ਹੈ, ਉਹ ਸੱਚਖੰਡ ਹੈ। ਸਾਧ ਸੰਗਤ ਸ਼ਬਦ ਵਖਾਣੀ ਹੈ। ਹੁਣ ਸਾਧ ਸੰਗਤ ਵਿੱਚ ਕੀ ਹੁੰਦਾ ਹੈ? ਇਸ ਸਕੂਲ ਵਿੱਚ ਕੀ ਪੜ੍ਹਾਇਆ ਜਾਂਦਾ ਹੈ? ਕਹਿੰਦੇ ਸ਼ਬਦ ਵਖਾਣੀ ਹੈ।
ਸ਼ਬਦ ਜੋ ਗੁਰੂ ਨਾਨਕ ਦਾ ਹੈ, ਜੋ ਗੁਰੂ ਨਾਨਕ ਦੇ ਵਰਡਸ ਹਨ। ਹੁਣ ਦੇਖੋ ਨਾ, ਗੁਰ ਸ਼ਬਦ ਉਹੀ ਹੈ ਜੋ ਗੁਰੂ ਨਾਨਕ ਦੇ ਮੁਖ ਤੋਂ ਨਿਕਲਿਆ ਹੈ, ਜੋ ਗੁਰੂ ਨਾਨਕ ਨੇ ਉਚਾਰਨ ਕੀਤਾ ਹੈ, ਜੋ ਗੁਰੂ ਨਾਨਕ ਨੇ ਬੋਲਿਆ ਹੈ, ਉਹ ਸ਼ਬਦ ਹੈ। ਕਹਿੰਦੇ ਉਹਦਾ ਵਿਸਥਾਰ ਹੁੰਦਾ ਹੈ, ਉਹਦਾ ਵਿਸਥਾਰ ਮੀਨਸ ਉਹਦੀ ਡਿਸਕ੍ਰਿਪਸ਼ਨ ਹੁੰਦੀ ਹੈ, ਉਸਦੇ ਅਰਥ ਹੁੰਦੇ ਨੇ, ਉਸਦੀ ਅੰਡਰਸਟੈਂਡਿੰਗ ਹੁੰਦੀ ਹੈ। ਜਿੱਥੇ ਉਹ ਸ਼ਬਦ ਨੂੰ ਸਮਝਿਆ ਜਾਵੇ ਉਹ ਸਾਧ ਸੰਗਤ ਹੈ। ਦਰਗਹਿ ਸੱਚ ਨਿਆਓ ਜਲ ਦੁੱਧ ਛਾਣੀਐ। ਹੁਣ ਇਹ ਵੀ ਹੈ, ਹੁਣ ਦੇਖੋ ਸਕੂਲ ਵੀ ਹੋ ਗਿਆ, ਗੁਰੂ ਹੋ ਗਿਆ, ਸਕੂਲ ਹੋ ਗਿਆ, ਸਕੂਲ 'ਚ ਕਿਵੇਂ ਪੜ੍ਹਾਇਆ ਜਾਂਦਾ ਉਹ ਵੀ ਹੋ ਗਿਆ। ਹੁਣ ਆਪਾਂ ਚੌਥੇ ਸਟੇਜ ਤੇ ਚੱਲੀਏ। ਕਹਿੰਦੇ ਦਰਗਹਿ ਸੱਚ ਨਿਆਓ। ਹੁਣ ਉੱਥੇ what do you learn, how do you come to a realization, ਉਹਦੇ ਬਾਰੇ ਕਹਿੰਦੇ ਦਰਗਹਿ ਸੱਚ ਨਿਆਓ। ਦੇਖੋ ਸਾਧ ਸੰਗਤ ਪਰਮਾਤਮਾ ਜਿੱਥੇ ਵਸਦਾ ਹੈ, ਦੇਖੋ ਸਾਧ ਸੰਗਤ ਵਿੱਚ ਹੀ ਪਰਮਾਤਮਾ ਵਸਦਾ ਹੈ, ਇਸ ਕਰਕੇ ਇਹ ਸੱਚੀ ਦਰਗਾਹ ਹੈ, ਇਹ ਸੱਚੀ ਦਰਗਾਹ ਹੈ ਕਿਉਂਕਿ ਸੱਚੀ ਦੀ ਗੱਲ ਹੁੰਦੀ ਹੈ। ਸੱਚ ਨਿਆਓ, ਇੱਥੇ ਜਿਹੜਾ ਜਸਟਿਸ ਹੁੰਦਾ ਹੈ ਉਹ ਵੀ ਸੱਚ ਤੇ ਹੀ ਹੁੰਦਾ ਹੈ। ਦੇਖੋ ਸਾਧ ਸੰਗਤ ਜਿੱਥੇ ਪਰਮਾਤਮਾ ਦਾ ਨਾਮ ਹੋਵੇ ਉੱਥੇ ਝੂਠ ਨਹੀਂ ਚੱਲ ਸਕਦਾ, ਉੱਥੇ ਸੱਚੋ ਹੀ ਸੱਚ ਹੈ ਨਾ। ਜੇ ਆਪਾਂ ਕਹੀਏ ਨਾ, ਕਈ ਵਾਰੀ ਆਪਾਂ ਚੰਗੇ ਕਰਮ ਵੀ ਕਰਦੇ ਹਾਂ, ਯੂ ਆਰ ਡੂਇੰਗ ਸੇਵਾ ਇਨ ਗੁਰਦੁਆਰਾ, ਯੂ ਆਰ ਸਿਟਿੰਗ ਐਂਡ ਡੂਇੰਗ ਗੁਰਬਾਣੀ, ਯੂ ਆਰ ਰੀਡਿੰਗ ਬਾਣੀ, ਯੂ ਆਰ ਰੀਡਿੰਗ ਨਿਤਨੇਮ, ਤੁਸੀਂ ਪੜ੍ਹਦੇ ਹੋ, ਕਰਦੇ ਹੋ, ਪਰ ਜੇ ਅੰਦਰ ਤੁਹਾਡੇ ਜਿਹੜਾ ਹਨ ਸਿੰਸੀਅਰਿਟੀ ਹੈ ਨਹੀਂ, ਤੁਸੀਂ ਕਰ ਰਹੇ ਹੋ ਕੋਈ ਮਤਲਬ ਕਰਕੇ, ਤੁਸੀਂ ਕਰ ਰਹੇ ਹੋ ਕਿਸੇ ਨੂੰ ਦਿਖਾਉਣ ਵਾਸਤੇ, ਕਹਿੰਦੇ ਉੱਥੇ ਫਿਰ ਇਹ ਝੂਠ ਨਹੀਂ ਚੱਲਦਾ। That's why you can do a lot of things to show people, but it doesn't mean anything at the end, because ਇੱਥੇ ਸੱਚ ਨਿਆਓ ਹੈ, ਇੱਥੇ ਸੱਚ ਦਾ ਨਿਆਓ ਹੋਣਾ ਹੈ। ਦੇਖੋ ਨਾ, ਜਿਵੇਂ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨ ਵਾਲੇ ਬਹੁਤ ਸਾਰੇ ਸਨ, ਕਿੰਨੇ ਸਿੱਖ ਸਨ, ਆਪਾਂ ਇਤਿਹਾਸ ਪੜ੍ਹਿਆ, ਹਜ਼ਾਰਾਂ, thousands of ਸਿੱਖ ਆਉਂਦੇ ਸੀ ਗੁਰੂ ਨਾਨਕ ਮਹਾਰਾਜ ਦੀ ਸੇਵਾ ਵਾਸਤੇ, ਗੁਰੂ ਅੰਗਦ ਦੀ ਸੇਵਾ ਵਾਸਤੇ ਕਿੰਨੇ ਆਉਂਦੇ ਸਨ। ਪਰ ਦੇਖੋ ਗੁਰੂ ਨਾਨਕ ਦੀ ਸੇਵਾ ਨੂੰ ਕਿਹਨੇ ਪਾਇਆ? ਭਾਈ ਲਹਿਣੇ ਨੇ ਪਾਇਆ, ਬਿਕੋਜ਼ ਉਹ ਸੱਚ ਨਿਆਓ ਆ ਨਾ, ਸੱਚ ਨਿਆਓ, ਕਿਉਂਕਿ ਉਹਨਾਂ ਨੇ ਸੱਚਾ ਜਾਣ ਕੇ, ਗੁਰੂ ਨਾਨਕ ਨੂੰ ਪਰਮਾਤਮਾ ਜਾਣ ਕੇ ਉਹਨੇ ਸੇਵਾ ਕੀਤੀ, ਉਹਨੇ ਪਰਮਾਤਮਾ ਨੂੰ ਜਾਣਿਆ, ਉਹਨੇ ਗੁਰੂ ਨਾਨਕ ਦਾ ਸਰੀਰ ਨਹੀਂ ਦੇਖਿਆ, ਉਹਨੇ ਪਰਮਾਤਮਾ ਨੂੰ ਦੇਖਿਆ। ਜੋ ਗੁਰੂ ਅੰਗਦ ਦੇਵ ਜੀ ਦੇ ਵੀ ਕਿੰਨੇ ਸੇਵਾਦਾਰ ਸਨ, ਪਰ ਉਹਨਾਂ ਨੂੰ ਗੁਰੂ ਅਮਰਦਾਸ ਕਿਉਂ ਜਿਹੜੇ ਹਨ ਇੱਕੋ ਇੱਕ ਨਿਤਰੇ? ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਦੇਖਿਆ, ਉਹਨਾਂ ਨੇ ਪਰਮਾਤਮਾ ਕਰਕੇ ਸੇਵਾ ਕੀਤੀ, ਐਂਡ ਦੈਨ ਦੇ ਡਿਡ ਦ ਸੇਵਾ ਨਾਟ ਫॉर ਗੁਰੂ ਅੰਗਦ ਦੇਵ ਫਰਮ ਥੈਮਸੈਲਫ। ਦੇਖੋ ਆਪਾਂ ਸੇਵਾ ਕਰਦੇ ਹਾਂ ਕਿਸੇ ਵਾਸਤੇ, ਜਦੋਂ ਤੁਸੀਂ ਸੇਵਾ ਕਰੋਗੇ ਨਾ ਆਪਣੇ ਵਾਸਤੇ, then you realize, then you will never say this thing, hey I did so much of seva, you never say that, because you did it for yourself. Whom are you going to say? ਤੁਸੀਂ ਕਿਸੇ ਦੇ ਉਹ ਰੋਬ ਨਹੀਂ ਪਾਓਗੇ। ਤੁਸੀਂ ਜੇ ਅੱਜ ਬਾਣੀ ਪੜ੍ਹਦੇ ਹੋ, ਤੁਸੀਂ ਇੱਕ ਤੀਜੇ ਬੰਦੇ ਨੂੰ ਇਹਨੂੰ ਕਹੋਗੇ, hey I won't cheat you, no I'm doing ਨਿਤਨੇਮ every day, no, ਹਾਂ ਫਿਰ ਤੁਸੀਂ ਨਿਤਨੇਮ ਉਹਦੇ ਕਰਕੇ ਕਰਦੇ ਹੋ। You are doing ਨਿਤਨੇਮ for yourself. Whom are you telling? ਹੈ ਨਾ, ਤੁਸੀਂ ਕਿਹਨੂੰ ਦੱਸ ਰਹੇ ਹੋ ਕਿ ਤੁਸੀਂ ਨਿਤਨੇਮ ਕਰ ਰਹੇ ਹੋ? ਆਪਣੇ ਵਾਸਤੇ ਆ ਨਾ। ਸੋ ਜਿੱਦਣ ਇਹ ਸਾਰਾ ਕੰਮ ਤੁਸੀਂ ਆਪਣੇ ਵਾਸਤੇ ਕਰੋਗੇ ਨਾ, ਉਹ ਫਿਰ ਤੁਹਾਨੂੰ ਕੋਈ ਜਿਹੜਾ ਹੈ, ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਣੀ। You don't have to sell that point to any other people. Now we do ਗੁਰਬਾਣੀ, ਆਪਾਂ ਨਿਤਨੇਮ ਕਰੀਏ, ਅਖੰਡ ਪਾਠ ਕਰੀਏ, ਸਹਿਜ ਪਾਠ ਕਰੀਏ, ਜੇ ਸਿਰਫ ਲੋਕਾਂ ਨੂੰ ਦੱਸਣ ਵਾਸਤੇ ਕਰਨਾ ਹੈ ਨਾ, ਤਾਂ ਨੋ ਪੁਆਇੰਟ। ਕੀ ਪੁਆਇੰਟ? ਉਹ ਤਾਂ ਪਾਠ ਉਦੋਂ ਲੱਗੇਗਾ ਜੋ ਤੁਸੀਂ ਆਪਣੇ ਵਾਸਤੇ ਕਰਨਾ ਸ਼ੁਰੂ ਕਰੋਗੇ। ਦੈਟ ਮੀਨਸ ਯੂ ਆਰ ਸੈਲਿੰਗ ਯੋਰ ਐਫਰਟ ਨਾ, ਤੁਸੀਂ ਉਹ ਐਫਰਟ ਨੂੰ ਸੈਲ ਕਰ ਰਹੇ ਹੋ। ਸੋ ਇਹ ਨਹੀਂ ਹੋਣਾ ਚਾਹੀਦਾ, ਇਹ ਤਾਂ ਸੌਦਾ ਪੱਤਰ ਹੋ ਗਿਆ। ਇਸ ਕਰਕੇ ਦਰਗਾਹ ਸੱਚ ਨਿਆਓ, ਇਹ ਦਰਗਾਹ ਦੇ ਵਿੱਚ ਇਹ ਸੱਚ ਜਿਹੜਾ ਸਤ ਸੰਗਤ ਹੈ, ਇਹਦੇ ਵਿੱਚ ਸੱਚ ਦਾ ਨਿਆਓ ਹੋਣਾ ਹੈ, ਸੱਚੋ ਹੀ ਸੱਚ ਨਿਤਰਨਾ ਹੈ। ਯੂ ਕੈਨ ਨੋਟ ਲਾਈ ਟੂ ਸਤ ਸੰਗਤ, ਇਹ ਗੱਲ ਹੈ। ਕਿਤੇ ਵੀ ਨਾ ਸੋਚੋ ਆਈ ਕੈਨ ਲਾਈ ਟੂ ਸਤ ਸੰਗਤ, ਕੈਨ ਨੋਟ। ਇੱਥੇ ਸੱਚ ਨਿਆਓ ਹੈ। ਕੈਨ ਯੂ ਲਾਈ ਟੂ ਦ ਗੁਰੂ? ਤੁਸੀਂ ਨਹੀਂ ਲਾਈ ਕਰ ਸਕਦੇ। ਪਰ ਦੇਖੋ ਨਾ, ਇੱਕ ਜੈਨੂਇਨ ਲਾਏ ਹੁੰਦਾ ਹੈ, ਇੱਕ ਅਨਇੰਟੈਂਸ਼ਨਲ ਲਾਏ ਹੁੰਦਾ ਹੈ। ਅਨਇੰਟੈਂਸ਼ਨਲ ਲਾਏ ਜਿਹੜਾ ਗੁਰੂ ਤੁਹਾਡਾ ਉਹ ਠੀਕ ਵੀ ਕਰ ਦੇਗਾ, ਪਰ ਜਿਹੜਾ ਇੰਟੈਂਸ਼ਨਲੀ ਤੁਸੀਂ ਕਰੋ ਨਾ, ਉਹ ਗੁਰੂ ਵੀ ਠੀਕ ਨਹੀਂ ਕਰ ਸਕਦਾ। ਬਿਕੋਜ਼ ਯੂ ਆਰ ਨਾਟ ਰਾਈਟ ਐਟ ਯੋਰ ਫਰਸਟ ਸਟੈਪ, ਯੂ ਆਰ ਨਾਟ ਬੀਇੰਗ ਸਿੰਸੀਅਰ, ਯੂ ਹੈਵ ਸਮਥਿੰਗ ਐਲਸ ਇਨ ਯੋਰ ਮਾਈਂਡ। ਹੁਣ ਦੇਖੋ, ਜਿਹੜਾ ਬੰਦਾ ਅਰਦਾਸ ਕਰ ਰਿਹਾ ਹੈ, ਹੁਣ ਅਰਦਾਸ ਕਰ ਰਿਹਾ ਤੁਹਾਡੇ ਤੰਦਰੁਸਤੀ ਵਾਸਤੇ, ਬਟ ਇਨ ਡੀਪ ਇਨ ਹਿਸ ਮਾਈਂਡ ਹੀ ਡਜ਼ਨਟ ਲਾਈਕ ਯੂ, ਉਹ ਤੁਹਾਡਾ ਭਲਾ ਨਹੀਂ ਚਾਹੁੰਦਾ, ਉਹ ਅਰਦਾਸ ਤੁਹਾਡੇ ਵਾਸਤੇ ਕਰ ਰਿਹਾ ਹੈ। Is it genuine then? Then will you get okay? Because he's not genuinely doing it. He's doing it because you told him to do it. ਉਹ ਗੱਲ ਹੈ। ਸੋ ਹਰ ਇੱਕ ਗੱਲ ਜਿਹੜਾ ਹੈ, ਕਹਿੰਦੇ ਸੱਚ ਦਾ ਨਿਆਓ ਹੋਣਾ। ਦੈਟਸ ਵਾਈ ਯੂ ਸੀ ਸਮਟਾਈਮਸ ਵੀ ਟਰਾਈ ਟੂ ਬਲੇਮ ਦ ਗੁਰੂ। ਮੈਂ ਅਰਦਾਸ ਕੀਤੀ, ਮੇਰਾ ਕੰਮ ਪੂਰਾ ਨਹੀਂ ਹੋਇਆ, ਮੈਂ ਇਹ ਕੀਤਾ, ਮੈਂ ਇੰਨਾ ਪਾਠ ਕੀਤਾ, ਮੇਰਾ ਪਾਠ ਕੀਤਾ ਹੋਇਆ ਵੀ ਮੇਰਾ ਕੰਮ ਪੂਰਾ ਨਾ ਹੋਇਆ। ਵਾਈ ਯੂ ਬਲੇਮ ਦ ਗੁਰੂ? ਆਰ ਯੂ ਸਿੰਸੀਅਰ?
ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਸਿੰਸੀਅਰ ਆਪਣੇ ਨਾਲ। ਸੋ ਇੱਥੇ ਸੱਚ ਦਾ ਨਿਆਂ ਹੋਣਾ ਹੈ। ਜਲ ਦੁੱਧ ਛਾਣੀ ਹੈ। ਹੁਣ ਇੱਥੇ ਦੋ ਗੱਲਾਂ ਹੁੰਦੀਆਂ, ਤੱਤ ਮਿਥਿਆ ਦਾ ਜਿਹੜਾ ਹੈ ਵਿਵੇਚਨ ਕਹਿੰਦੇ ਹਾਂ। ਤੱਤ ਤੇ ਮਿਥਿਆ, ਤੱਤ ਮੀਨਸ ਪਰਮਾਤਮਾ, ਮਿਥਿਆ ਮੀਨਸ ਝੂਠ, ਫਾਲਸ। ਫਾਲਸ ਕੀ ਹੈ? ਮਾਇਆ। ਸੋ ਸੱਚ ਤੇ ਝੂਠ ਦਾ ਇਹਦਾ ਨਾਮ ਨਿਖੇੜ ਕੇ ਕੱਢਣਾ। ਤਾਂ ਹੀ ਇੱਥੇ ਐਗਜ਼ਾਮਪਲ ਦਿੱਤਾ ਜਲ ਤੇ ਦੁੱਧ। ਸੋ ਦੁੱਧ ਨੂੰ, ਦੁੱਧ ਦੇ ਸੋਲਿਡ ਅੱਡ ਕਰ ਲੈਣੇ, ਪਾਣੀ ਅੱਡ ਕਰ ਲੈਣਾ। ਪਾਣੀ ਕੀ ਆ? ਮਾਇਆ। ਦੁੱਧ ਕੀ ਆ? ਪਰਮਾਤਮਾ। ਸੋ ਪਰਮਾਤਮਾ ਨੂੰ ਇਸ ਸੰਸਾਰ ਵਿੱਚੋਂ, ਮਾਇਆ ਵਿੱਚੋਂ ਕੱਢ ਕੇ ਉਹਨੂੰ ਦੇਖਣਾ। That means you are now attaching yourself, you attach yourself to Paramatma, not the Maya. ਮਾਇਆ ਤਾਂ ਚੇਂਜ ਹੋਣੀ ਹੈ। ਹੁਣ ਦੇਖੋ ਉਹੀ ਪਾਣੀ ਹੈ, the ਪਾਣੀ ਕੈਨ ਗੋ ਇਨ ਮੈਨੀ ਪਲੇਸਸ, ਪਰ ਦੁੱਧ ਤਾਂ ਨਹੀਂ ਨਾ ਜਾ ਸਕਦਾ, ਦੁੱਧ ਤਾਂ ਦੁੱਧ ਹੀ ਰਹੇਗਾ। ਸੋ ਇਸ ਕਰਕੇ ਇਸ ਦਾ ਵਿਵੇਚਨ ਕਰਨਾ। ਸੋ ਤੱਤ ਤੇ ਮਿਥਿਆ ਨੂੰ ਜਾਣਨਾ, ਇਹਨੂੰ ਗਿਆਨ ਕਹਿੰਦੇ ਆ। ਜੈਸੇ ਕਾਲ ਵਿਵੇਕ, ਬਿਬ ਏਕ, ਬਿਬ ਮੀਨਸ ਟੂ, ਏਕ ਮੀਨਸ ਫਰੋਮ ਦਿਸ ਟੂ ਯੂ ਰੀਅਲਾਈਜ਼ ਵਨ ਪਰਮਾਤਮਾ। ਸੋ ਇਸ ਕਰਕੇ ਕਹਿੰਦੇ ਇੱਥੇ ਜਿਹੜਾ ਸੰਗਤ ਦੇ ਵਿੱਚ ਗਿਆਨ ਹੁੰਦਾ ਹੈ, ਨੌਲੇਜ ਆਉਂਦਾ ਹੈ ਵੀ ਸੱਚ ਕੀ ਹੈ। ਹੁਣ ਦੇਖੋ ਨਾ, ਜਿਉਂਦਿਆਂ ਜੀ ਆਪਣੇ ਕਿੰਨੇ ਦੁਸ਼ਮਣ ਹੋ ਸਕਦੇ ਨੇ, ਕਿੰਨੇ ਬੰਦਿਆਂ ਨੂੰ ਆਪਾਂ ਚੰਗੇ ਲੱਗਦੇ ਆ, ਕਈਆਂ ਨੂੰ ਨਹੀਂ ਚੰਗੇ ਲੱਗਦੇ, ਬਟ ਐਂਡ ਆਫ ਦ ਡੇ ਯੂ ਆਰ ਗੋਇੰ ਟੂ ਡਾਈ। The body is not going to stay forever, and then that person or sees you as a body and you see them as a body as well. A body ਤਾਂ ਰਹਿਣੀ ਕੋਈ ਨਹੀਂ। So now where is your dushmani going to go? Where is he going to go then? You hate the person. What do you hate? You hate his character. You hate how he looks. But those things are going to go. ਉਹਨੇ ਮਰ ਜਾਣਾ ਇੱਕ ਦਿਨ, ਉਹਨੂੰ ਦੱਬ ਦੇਣਾ ਧਰਤੀ ਵਿੱਚ ਜਾਂ ਉਹਨੂੰ ਸਾੜ ਦੇਣਾ, ਉਹਦੇ ਦਾ ਰਹਿਣਾ ਕੋਈ ਨਹੀਂ ਹੈਗਾ। ਪਰ ਹੁਣ ਥੋੜੀ ਦੁਸ਼ਮਣੀ ਕਿਹਦੇ ਨਾਲ ਹੈ? ਅਸੀਂ ਦੈਟਸ ਦ ਪੁਆਇੰਟ। ਸੋ ਇੱਥੇ ਜਿਹੜਾ ਹੈ ਕਹਿੰਦੇ ਉਹ ਪਰਮਾਤਮਾ ਨੂੰ ਦੇਖੋ ਨਾ। ਜੇ ਤੁਸੀਂ ਪਰਮਾਤਮਾ ਨੂੰ ਦੇਖੋਗੇ ਤਾਂ ਉਹ ਜਿਹੜੀਆਂ ਮਾਇਆ ਉਹ ਪਾਸੇ ਹੋ ਜਾਂਦੀ ਹੈ, ਉਹ ਤੁਸੀਂ ਪਰਮਾਤਮਾ ਨੂੰ ਦੇਖੋਗੇ। ਇਸ ਕਰਕੇ ਕਹਿੰਦੇ ਇਹ ਰੀਅਲਾਈਜੇਸ਼ਨ, ਦਿਸ ਇਜ਼ ਦ ਫੋਰਥ ਸਟੈਪ। ਫੋਰਥ ਸਟੈਪ ਆ ਜਾਂਦਾ ਹੈ ਜਿੱਥੇ ਰੀਅਲਾਈਜੇਸ਼ਨ ਹੁੰਦਾ ਹੈ। ਗੁਰ ਸਰਨੀ ਅਸਰਾਓ ਸੇਵ ਕਮਾਈਐ। ਹੁਣ ਆਉਂਦਾ ਹੈ ਜੀ ਪੰਜਵਾਂ ਸਟੈਪ। ਪੰਜਵਾਂ ਸਟੈਪ ਮੀਨਸ ਵਾਟ ਡੂ ਯੂ ਡੂ। ਦੇਖੋ ਨਾ, ਹੁਣ ਯਾਦ ਰੱਖਣਾ ਪਹਿਲਾਂ ਗੁਰੂ ਹੈ। ਇਫ ਯੂ ਡੋਂਟ ਰੀਅਲਾਈਜ਼ ਦ ਗੁਰੂ, ਇਫ ਯੂ ਡੋਂਟ ਫੋਲੋ ਦ ਗੁਰੂ, ਯੋਰ ਜਰਨੀ ਹੈਵਨਟ ਸਟਾਰਟਡ। ਗੱਲ ਇਹ ਖਤਮ ਹੈ, ਗੱਲ ਇਹ ਮੁੱਕ ਗਈ। ਇਫ ਯੂ don't embrace the Guru, you don't take Guru Nanak as your Guru, you are nowhere. Don't call yourself as religious, no, you are far away. ਹੋ ਹੀ ਨਹੀਂ ਸਕਦਾ। ਸੋ ਉਹ ਦੂਜਾ ਸਟੇਜ ਆਇਆ ਸੀ ਜਿੱਥੇ ਸਾਧ ਸੰਗਤ ਹੈ। ਸਾਧ ਸੰਗਤ ਹੈ ਜਿੱਥੇ ਸ਼ਬਦ ਦੀ ਵਿਚਾਰ ਹੁੰਦੀ, ਸਕੂਲ ਆ ਗਿਆ। ਤੀਜੀ ਗੱਲ ਹੈ ਸਕੂਲ 'ਚ ਕੀ ਪੜ੍ਹਾਇਆ ਜਾਂਦਾ ਹੈ, ਅਚੀਵਮੈਂਟ ਕੀ ਆ, ਰੀਅਲਾਈਜੇਸ਼ਨ। ਹੁਣ ਜਿਹੜਾ ਅਗਲਾ ਸਟੈਪ ਆਉਂਦਾ ਹੈ, ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਕਹਿੰਦੇ ਗੁਰ ਸਰਨੀ ਅਸਰਾਓ, ਗੁਰੂ ਦੇ ਚਰਨਾਂ ਦਾ ਆਸਰਾ ਤੱਕੋ। ਇਹ ਨਾ ਦੇਖੋ ਮੈਂ ਮਾਇਆ ਵੱਲ ਦੇਖਾਂ, ਦਿਸ ਇਜ਼ ਮਾਈ ਸਪੋਰਟ, ਮਾਈ ਲੁੱਕ ਐਟ ਮਾਈ ਫੈਮਿਲੀ, ਦਿਸ ਇਜ਼ ਮਾਈ ਸਪੋਰਟ, ਮਾਈ ਫਰੈਂਡਸ, ਦਿਸ ਆਰ ਮਾਈ ਸਪੋਰਟ। ਨੋ, your support is only Guru de charan. That should be what you have in your mind. If there is someone who's going to support me, it's the Guru. मेरा गुरु ही मेरा आसरा है, और कोई नहीं हैगा। गुर सरनी असराओ सेव कमाई है, फिर सेवा करनी है। नाउ सेवा कम्स इन द स्टेप 6। 6वें स्टेप ते जाके सेवा आउंदी है। देखो इन्ना कुछ करके फिर सेवा आउंदी है। नाउ व्हाट वी डू, वी स्टार्ट फ्रॉम सेवा स्ट्रेट अवे। हजे आ सब कुछ नहीं होया, आप कहते मैं सेवा करता। देखो भाई गुरदास जी कहते 6वें स्टेप ते जाके तेरे वास्ते सेवा आउंदी है। ओनली देन यू नो व्हाट इज सेवा, एंड सेवा नूं किवें कमाईदा हुंदा है। नाउ व्हाई डू यू डू सेवा? टू अर्न द सैल्फलैसनेस, जिथे अपनी निष्कामता आनी है, जिथे यू हैव टू फॉरगेट योरसैल्फ। हाँ, वो चीज़ है जिहड़ा तुहानूं सेवा ने देना है। सेवा ने तुहाडी हौमे मकाउणी है, तुहाडी जिहड़ा हन सेवा ने हौमे वधाउणी नहीं, मकाउणी है। You have to finish your ego. That's why whenever you do seva, people tell you anything, just keep quiet, take it. It's all right. Because seva is for selfless. If your self is there, then why are you doing seva? Then better you go and do some work and earn some money. Why are you wasting your time then? ਉਹ ਹੁੰਦੀ ਹੈ ਸੇਵਾ। ਫਿਰ ਅੱਗੇ ਆ ਗਿਆ ਸ਼ਬਦ ਸੁਰਤ ਸੁਣ ਗਾਓ ਅੰਦਰ ਆਣੀਐ। ਦੇਖੋ ਸ਼ਬਦ, ਫਿਰ ਦੇਖੋ ਹੱਥਾਂ ਪੈਰਾਂ ਨਾਲ ਸਰੀਰ ਨਾਲ ਸੇਵਾ ਕਰਨੀ ਹੈ। ਦਿਸ ਇਜ਼ ਈਜ਼ੀ ਟੂ ਬੀ ਡਨ। ਹੱਥਾਂ ਸੇਵਾ ਕਰਨੀ ਉਹ ਵੀ ਚਲੋ ਬੜੀ ਔਖੀ ਹੈ, ਪਰ ਫਿਰ ਵੀ ਓਕੇ ਹੈ, ਕਰ ਸਕਦਾ ਬੰਦਾ। ਹੁਣ ਦੇਖੋ ਸ਼ਬਦ ਸੁਰਤ ਸੁਣ ਗਾਓ, ਸ਼ਬਦ ਦੇ ਵਿੱਚ ਸੁਰਤੀ ਜੋੜ ਕੇ ਪਰਮਾਤਮਾ ਦਾ ਨਾਮ ਸੁਣਨਾ ਹੈ ਤੇ ਗਾਉਣਾ ਹੈ। ਸੋ ਇਸ ਕਰਕੇ ਅੰਦਰ ਆਣੀ ਹੈ, ਕਹਿਣਗੇ ਉਸ ਦੀ ਕਮਾਈ ਅੰਦਰ ਕਰਨੀ ਹੈ। ਪਰਮਾਤਮਾ ਦਾ ਨਾਮ ਅੰਦਰ ਵਸਾਉਣਾ ਹੈ, ਸ਼ਬਦ ਨੂੰ ਅੰਦਰ ਵਸਾਉਣਾ ਹੈ।
ਉਸ ਦਾ ਸਿਮਰਨ ਕਰਨਾ, ਉਹਨੂੰ ਬਾਹਰੋਂ ਬਾਹਰ ਯਾਦ ਕਰਨਾ, ਇਹ ਜਿਹੜੀ ਕਮਾਈ ਆਪਣੇ ਅੰਦਰਲੀ ਹੈ। ਨਾਓ 7 ਸਟੈਪ ਜਿਹੜਾ ਹੈ ਕੀ ਹੈ ਕਿ ਉਹ ਜਿਹੜਾ ਪਰਮਾਤਮਾ ਦਾ ਸਿਮਰਨ ਹੱਥਾਂ ਪੈਰਾਂ ਨਾਲ ਸੇਵਾ ਕਰਨੀ ਹੈ, ਅੰਦਰ ਮਨ ਦੇ ਨਾਲ ਕੀ ਕਰਨਾ, ਸ਼ਬਦ ਸੁਰਤ ਸੁਣ ਗਾਓ, ਸ਼ਬਦ ਸੁਰਤ ਦੇ ਵਿੱਚ ਜੋੜ ਕੇ ਤੇ ਫਿਰ ਸੁਣਨਾ ਤੇ ਗਾਉਣਾ ਹੈ ਪਰਮਾਤਮਾ ਦਾ ਨਾਮ, ਅੰਦਰ ਆਣੀ ਹੈ, ਅੰਦਰ ਵਸਾ ਕੇ। ਤਿਸ ਕੁਰਬਾਨੈ ਜਾਓ ਮਾਨ ਨਿਮਾਣੀਐ। ਹੁਣ 8ਵਾਂ ਸਟੈਪ ਆ ਗਿਆ। ਹੁਣ 8ਵੇਂ ਸਟੈਪ ਦੇ ਵਿੱਚ ਕੀ ਆਇਆ, ਕਹਿੰਦੇ ਗੁਰਪ੍ਰਸਾਦ, ਜਿਹੜੇ ਚੀਜ਼ ਆਪਾਂ ਕਹਿੰਦੇ ਗੁਰਪ੍ਰਸਾਦ, ਗੁਰੂ ਦੀ ਕਿਰਪਾ। ਓਨਲੀ ਦੈਨ ਐਟ ਦ ਸਟੈਪ 8 ਯੂ ਵਿਲ ਰਿਅਲਾਈਜ਼ ਵਾਟ ਇਜ਼ ਗੁਰਪ੍ਰਸਾਦ, what is ਗੁਰੂ ਦੀ ਕਿਰਪਾ। ਸੇ ਹੇਅਰ ਤਿਸ ਕੁਰਬਾਨੇ ਜਾਉ, ਭਾਈ ਗੁਰਦਾਸ ਜੀ ਦਾ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਐਸੇ ਗੁਰਸਿੱਖਾਂ ਤੋਂ। ਕਿਹਨਾਂ ਤੋਂ, ਮਾਣ ਨਿਮਾਣੀ ਹੈ, ਜਿਹੜੇ ਕਿ ਮਾਣ ਨਿਮਾਣੀ ਹੈ, ਜਿਹੜੇ ਹਨ ਕਹਿੰਦੇ ਆਪ ਮਾਣ, ਉਹਨਾਂ ਨੂੰ ਮਾਣ ਹੁੰਦਾ ਹੈ, ਗੁਰੂ ਦੀ ਕਿਰਪਾ ਹੁੰਦੇ, ਪਰ ਨਿਮਾਣੇ ਹੋ ਕੇ ਵਰਤਦੇ ਨੇ, ਉਹ ਕਿਸੇ ਨੂੰ ਦਿਖਾਉਂਦੇ ਨਹੀਂ। ਉਹਨਾਂ ਨੂੰ ਤੁਸੀਂ ਕਿੰਨੀਆਂ ਮਰਜ਼ੀ ਗਾਲਾਂ ਕੱਢ ਲਓ, ਉਹਨਾਂ ਨੇ ਕੁਝ ਵੀ ਨਹੀਂ ਤੁਹਾਨੂੰ ਕਹਿਣਾ, ਉਹ ਪਰਮਾਤਮਾ ਨਾਲ ਜੁੜੇ ਹੁੰਦੇ ਨੇ, ਉਹਨਾਂ ਨੂੰ ਕੀ ਫਰਕ ਪੈਂਦਾ। ਉਹਨਾਂ ਨੇ ਤੁਹਾਡੀ ਗੱਲ ਜਿਹੜੀ ਹੈ, ਤੁਸੀਂ ਭਾਵੇਂ ਜਿੰਨਾ ਮਰਜ਼ੀ ਉਹਨਾਂ ਦਾ ਮਾੜਾ ਕਰ ਲਓ, ਉਹਨਾਂ ਨੇ ਤੁਹਾਡਾ ਮਾੜਾ ਨਹੀਂ ਕਰਨਾ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਮਾਣ ਨਹੀਂ ਮਾਣੀਐ। ਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹ ਗੁਰੂ ਤੋਂ ਕੁਰਬਾਨ ਜਾਣਾ ਹੈ ਜਿਹੜੇ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਨੇ। ਜੋ ਐਸੀ ਦੇਖੋ ਇੱਥੇ ਗੁਰਪ੍ਰਸਾਦ ਆਉਂਦੀ ਹੈ ਤੇ ਗੁਰੂ ਦੀ ਕਿਰਪਾ ਆਪਾਂ ਨੂੰ ਰੀਅਲਾਈਜ਼ ਹੁੰਦੀ ਹੈ। ਪਹਿਲੇ ਦਿਨ ਤੋਂ ਹੀ ਗੁਰੂ ਦੀ ਕਿਰਪਾ ਤਾਂ ਹੁੰਦੀ ਹੈ। ਸੀ ਦ ਡੇ ਯੂ ਸਟਾਰਟ ਯੋਰ ਜਰਨੀ, ਗੁਰੂ's ਕਿਰਪਾ ਇਜ਼ ਦੇਅਰ। ਓਨਲੀ ਦੈਨ ਯੂ ਆਰ ਸਟਾਰਟਿੰਗ ਇਟ, ਅਦਰਵਾਈਜ਼ ਯੂ ਵੋਂਟ ਬੀ ਏਬਲ ਟੂ ਈਵਨ ਸਟਾਰਟ। ਸੋ ਉੱਥੇ ਹੁੰਦੀ ਹੈ, ਪਰ ਆਪਾਂ ਨੂੰ ਰੀਅਲਾਈਜੇਸ਼ਨ ਗੁਰੂ ਦੀ ਕਿਰਪਾ ਦਾ 8ਵੇਂ ਸਟੈਪ ਤੇ ਜਾ ਕੇ ਹੁੰਦਾ ਹੈ ਵੀ ਇਹ ਸਭ ਕੁਝ ਹੋਇਆ ਗੁਰੂ ਤੇਰੀ ਕਿਰਪਾ ਨਾਲ। ਸੋ ਸਮਟਾਈਮਸ ਅ ਚਾਈਲਡ ਦੇ ਵੋਂਟ ਅੰਡਰਸਟੈਂਡ ਦ ਵੈਲਿਊ ਆਫ देयर ਪੈਰੈਂਟਸ। ਜੋ ਬੱਚਾ ਛੋਟਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਕੀ ਵੈਲਿਊ ਉਹਨਾਂ ਦੇ ਪੈਰੈਂਟਸ ਦਾ। ਜਿਉਂ ਵੱਡਾ ਹੁੰਦਾ ਉਹ ਰੀਅਲਾਈਜ਼ ਕਰਦਾ ਯਾ ਮੇਰੇ ਪੈਰੈਂਟਸ ਦਾ no because of my parents I'm here, because of this I'm here। ਉਹਨੂੰ ਰੀਅਲਾਈਜੇਸ਼ਨ ਆਉਂਦਾ ਹੌਲੀ ਹੌਲੀ ਕਰਕੇ। ਦੇਖੋ ਵੱਧ ਤਾਂ ਉਹਨੂੰ ਉਦੋਂ ਆਏਗਾ ਜਦੋਂ ਉਹਦੇ ਬੱਚੇ ਅੱਗੇ ਹੋਣਗੇ, then he will understand even better। but ਦੇਖੋ ਨਾ ਰੀਅਲਾਈਜੇਸ਼ਨ ਆਉਂਦਾ ਹੈ ਪਰ ਹੌਲੀ ਆਉਂਦਾ ਹੈ। ਇਸੇ ਕਰਕੇ ਕਹਿੰਦੇ ਆਪਾਂ ਨੂੰ ਉਦੋਂ ਪਤਾ ਲੱਗਦਾ ਗੁਰੂ ਦੀ ਕਿਰਪਾ ਦਾ ਜਦੋਂ ਆਪਾਂ ਉਸ ਸਟੇਜ ਤੇ ਪਹੁੰਚ ਜਾਂਦੇ ਹਾਂ। ਫਿਰ ਪਤਾ ਲੱਗਦਾ I didn't deserve it, ਗੁਰੂ ਜੀ just give me like that, I didn't deserve this, I'm not capable of doing this, but Guru ji has a pity on me and he has given me for free। ਮੈਨੂੰ ਇਹ ਸਭ ਕੁਝ ਦਿੱਤਾ। ਸੋ ਇੱਥੇ ਜਿਹੜਾ ਹੈ ਦੇਖੋ ਭਾਈ ਗੁਰਦਾਸ ਨੇ 8 ਸਟੈਪਸ ਦੇ ਵਿੱਚ ਆਪਾਂ ਨੂੰ ਸਾਧ ਸੰਗਤ ਤੋਂ ਲੈ ਕੇ ਗੁਰਪ੍ਰਸਾਦ ਦੀ ਅਵਸਥਾ ਦਾ ਸਮਝਾਇਆ ਹੈ। ਸ਼ਬਦ ਸੁਰਤ ਗੁਣ ਸੁਣ ਗਾਓ ਅੰਦਰ ਆਣੀਐ, ਤਿਸ ਕੁਰਬਾਨੈ ਜਾਓ ਮਾਨ ਨਿਮਾਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।